ਹੁਸ਼ਿਆਰਪੁਰ ਦਾ ਸਾਬਕਾ ਐਸਐਚਓ ਗੁਰਿੰਦਰ ਨਾਗਰਾ ਗ੍ਰਿਫਤਾਰ। ਐਫਬੀਆਈ ਦੇ ਆਪਰੇਸ਼ਨ ਹਾਰਡਬਾਲ ਦੇ ਵਿੱਚ ਨਾਮ ਆਉਣ ਤੋਂ ਬਾਅਦ ਵੱਡੀ ਕਾਰਵਾਈ। ਅਮਰੀਕਾ ਦੇ ਪਰਿਵਾਰ ਤੋਂ $4 ਲੱਖ ਦੀ ਉਗਰਾਹੀ ਤੇ ਲੱਗੇ ਸਨ ਇਲਜ਼ਾਮ। ਭੁੱਖ ਹੜਤਾਲ ਤੇ ਬੈਠੇ ਸੋਨਮ ਵਾਂਗਚੁਕ ਨੂੰ ਜ਼ਬਰੀ ਚੁੱਕ ਕੇ ਹਸਪਤਾਲ ਲੈ ਗਈ ਪੁਲਿਸ। ਸਮਰਥਕਾਂ ਨੂੰ ਜੰਤਰ ਮੰਤਰ ਤੋਂ ਕੀਤਾ ਖਦੇੜਿਆ। ਅਭਿਜੀਤ ਦੀਪਕ ਨੇ ਸ਼ੁਰੂ ਕੀਤੀ ਭੁੱਖ ਹੜਤਾਲ। ਜਲੰਧਰ ਆਏ ਪ੍ਰਧਾਨ ਮੰਤਰੀ ਮੋਦੀ ਨੇ ਆਮ ਆਦਮੀ ਪਾਰਟੀ ਨੂੰ ਦੱਸਿਆ ਕੱਟੜ ਬੇਈਮਾਨ। ਬੋਲੇ ਇਹਨਾਂ ਦੇ ਲੀਡਰ ਜ਼ਮਾਨਤ ਤੇ ਬਾਹਰ ਗੇਂਦਣ ਦੀਆਂ ਸਕੀਮਾਂ ਤੇ ਪੰਜਾਬ ਸਰਕਾਰ ਦਾ ਲਗਾਇਆ ਸਟਿੱਕਰ। ਭੈਣਾਂ ਦੀ ਪਿੱਠ ਵਿੱਚ ਮਾਰਿਆ ਛੁਰਾ। ਪ੍ਰਧਾਨ ਮੰਤਰੀ ਮੋਦੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਦਾ ਤਿੱਖਾ ਪਲਟਵਾਰ। ਬੋਲੇ ਚੰਦਾ ਚੋਰੀ ਕਰਨ ਵਾਲਿਆਂ ਦਾ ਸਭ ਤੋਂ ਵੱਡਾ ਲੀਡਰ ਪੰਜਾਬ ਦੇ ਵਿੱਚ ਆ ਕੇ ਦੇ ਰਿਹਾ ਇਮਾਨਦਾਰੀ ਦਾ ਭਾਸ਼ਣ। ਭਗਵੰਤ ਮਾਨ ਤੇ ਇੱਕ ਵੀ ਪੈਸੇ ਦਾ ਭ੍ਰਿਸ਼ਟਾਚਾਰ ਦਾ ਇਲਜ਼ਾਮ ਨਹੀਂ। ਐਸਆਈਆਰ ਦੇ ਦੌਰਾਨ ਵੋਟਰ ਸੂਚੀ ਵਿੱਚ ਨਾਮ ਕੱਟੇ ਜਾਣ ਤੇ ਖਤਮ ਨਹੀਂ ਹੋ ਸਕਦੀ ਨਾਗਰਿਕਤਾ। ਸੁਪਰੀਮ ਕੋਰਟ ਦੀ ਸਖਤ ਟਿੱਪਣੀ। ਕਿਹਾ ਚੋਣ ਕਮਿਸ਼ਨ ਨਹੀਂ ਤੈਅ ਕਰ ਸਕਦਾ ਕਿਸੇ ਦੀ ਨਾਗਰਿਕਤਾ। ਨਾਮ ਹਟਾਉਣ ਤੇ ਕੇਂਦਰ ਕੋਲ ਭੇਜਣਾ ਪਏਗਾ ब्यौरा। इस न्यूज हेडलाइंस के प्रायोजक पतंजलि गाय का घी, माँ का भरोसा, प्यार से परोसा। ਸਤਿ ਸ਼੍ਰੀ ਅਕਾਲ। ਨਿਊਜ਼ 18 ਤੁਸੀਂ ਦੇਖ ਰਹੇ ਹੋ। ਮੈਂ ਹਾਂ ਤੁਹਾਡਾ ਮੇਜ਼ਬਾਨ ਕ੍ਰਿਸ਼ਨ ਸਿੰਘ। ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹਾਂ। ਟਾਂਡਾ ਦੇ ਸਾਬਕਾ ਐਸਐਚਓ ਗੁਰਿੰਦਰਜੀਤ ਨਾਗਰਾ ਗ੍ਰਿਫਤਾਰ ਕਰ ਲਏ ਗਏ ਨੇ। ਐਫਬੀਆਈ ਦਾ ਆਪਰੇਸ਼ਨ ਹਾਰਡਬਾਲ, ਜਿਸ ਤਹਿਤ ਇੱਕ ਵੱਡੀ ਸਟ੍ਰਾਈਕ ਪੰਜਾਬ ਦੀ ਪੁਲਿਸ ਨੇ ਆਪਣੇ ਹੀ ਐਸਐਚਓ ਖਿਲਾਫ ਕੀਤੀ ਹੈ। ਜ਼ਬਰਨ ਵਸੂਲੀ ਦੇ ਵੱਡੇ ਇਲਜ਼ਾਮਾਤ ਲੱਗੇ। ਤੁਹਾਨੂੰ ਯਾਦ ਹੋਏਗਾ ਵੱਡੇ ਇਲਜ਼ਾਮਾਂ ਤਹਿਤ ਇਹ ਵੱਡੀ ਕਾਰਵਾਈ ਸੀ। ਤਾਂ ਇਹਨਾਂ ਇਲਜ਼ਾਮਾਂ ਦਾ ਜੇ ਜ਼ਿਕਰ ਕਰੀਏ ਤਾਂ ਫਿਰ ਇੱਕ ਮੁਕੱਦਮਾ ਜਿਹੜਾ ਪੰਜਾਬ ਦੀ ਪੁਲਿਸ ਨੇ ਦਰਜ ਕੀਤਾ, ਜਿਸ ਵਿੱਚ ਜ਼ਿਕਰ ਹੋਇਆ ਕਿ $4 ਲੱਖ ਕਿਸ ਤਰੀਕੇ ਨਾਲ ਮੰਗੇ ਗਏ। ਐਫਬੀਆਈ ਦੇ ਜ਼ਿਕਰ ਹੋਇਆ ਕਿ ਐਫਬੀਆਈ ਨੇ ਗੈਂਗਸਟਰਸ ਤਮਾਮ ਉਹਨਾਂ ਲੋਕਾਂ ਦਾ ਜਿੱਥੇ ਬਿਊਰਾ ਪਬਲਿਸ਼ ਕੀਤਾ, ਉੱਥੇ ਹੀ ਐਫਬੀਆਈ ਨੇ 34 ਵਾਂਟਡ ਮੁਲਜ਼ਮਾਂ ਦੀ ਲਿਸਟ ਜਿਹੜੀ ਹੈ ਉਹ ਜਾਰੀ ਕੀਤੀ, ਜਿਸ ਵਿੱਚ ਐਸਐਚਓ ਨਾਗਰਾ ਦਾ ਨਾਮ ਵੀ ਸ਼ਾਮਲ ਸੀ। ਐਫਬੀਆਈ ਦੀ ਚਾਰਜ ਸ਼ੀਟ ਤੋਂ ਬਾਅਦ ਲਾਈਨ ਹਾਜ਼ਰ ਗੁਰਿੰਦਰ ਨਾਗਰਾ ਕੀਤੇ ਗਏ। ਮਾਮਲਾ 15 ਜਨਵਰੀ ਨੂੰ ਹੋਏ ਕਤਲकांड ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ। ਹੁਸ਼ਿਆਰਪੁਰ ਦੇ ਟਾਂਡਾ ਦੇ ਪਿੰਡ ਮਿਆਣੀ ਦੇ ਵਿੱਚ ਇੱਕ ਦੁਕਾਨਦਾਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਿਸ ਦੀ ਪਹਿਚਾਣ ਆਮ ਆਦਮੀ ਪਾਰਟੀ ਦੇ ਵਰਕਰ ਬਲਵਿੰਦਰ ਸਿੰਘ ਵਜੋਂ ਹੋਈ ਹੈ। ਕਤਲ ਦੀ ਜ਼ਿੰਮੇਵਾਰੀ ਜਸ਼ਨ ਗਿੱਲ ਅਤੇ ਗੁਰਲਾਲ ਰੁਧਿਆਣਾ ਨੇ ਲਈ ਸੀ। ਇਸ ਕਤਲकांड ਨੂੰ ਲੈ ਕੇ ਤਤਕਾਲੀ ਐਸਐਚਓ ਗੁਰਿੰਦਰ ਨੇ ਪ੍ਰੈਸ ਕਾਨਫਰੰਸ ਕਰਕੇ ਦਾਅਵਾ ਕੀਤਾ ਸੀ ਕਿ ਵਾਰਦਾਤ ਨੂੰ ਪਰਿਵਾਰਕ ਰੰਜਿਸ਼ ਵਿੱਚ ਅੰਜਾਮ ਦਿੱਤਾ ਗਿਆ। ਇੰਸਪੈਕਟਰ ਗੁਰਿੰਦਰ ਨੇ ਅਮਰੀਕਾ ਦੇ ਵਿੱਚ ਰਹਿ ਰਹੇ ਰਿਟਾਇਰਡ ਏਐਸਆਈ ਅਤੇ ਮ੍ਰਿਤਕ ਬਲਵਿੰਦਰ ਸਿੰਘ ਦੇ ਕੁੜਮ ਚਰਨਜੀਤ ਸਿੰਘ ਨੇ ਆਪਣੀ ਧੀ ਦੇ ਤਲਾਕ ਦੇ ਮਾਮਲੇ ਦੇ ਵਿੱਚ ਸੁਪਾਰੀ ਕਿਲਿੰਗ ਕਰਵਾਈ ਸੀ। ਸ਼ੂਟਰਸ ਦੇ ਖਾਤਿਆਂ ਦੇ ਵਿੱਚ $1,80,000 ਟ੍ਰਾਂਸਫਰ ਹੋਣ ਦੀ ਗੱਲ ਕੀਤੀ। ਇਸ ਤੋਂ ਬਾਅਦ ਟਾਂਡਾ ਪੁਲਿਸ ਨੇ ਅਮਰੀਕਾ ਵਿੱਚ ਰਹਿੰਦੇ ਚਰਨਜੀਤ ਅਤੇ ਉਸਦੇ ਬੇਟੇ ਗੁਰਪ੍ਰੀਤ ਅਤੇ ਧੀ ਨੂੰ ਵੀ ਕਤਲ ਕੇਸ ਵਿੱਚ ਨਾਮਜ਼ਦ ਕੀਤਾ ਸੀ। ਅਮਰੀਕਾ ਏਜੰਸੀ ਦੇ ਮੁਤਾਬਕ ਚਰਨਜੀਤ ਦੇ ਪਰਿਵਾਰ ਨੂੰ ਕੇਸ ਵਿੱਚ ਫਸਾਉਣ ਅਤੇ ਰਾਹਤ ਦਿਵਾਉਣ ਦੇ ਲਈ $4 ਲੱਖ ਮੰਗੇ ਗਏ। 40,000 ਨਹੀਂ ਮੰਗੇ ਗਏ, $4 ਲੱਖ ਮੰਗੇ ਗਏ। $1 ਦੀ ਕੀਮਤ 96 ਰੁਪਏ ਤੋਂ ਪਾਰ ਹੈ। 4 ਲੱਖ ਹੋਣਾ 96 ਕਰ ਲਓ, ਕਿੰਨੀ ਵੱਡੀ ਅਮਾਉਂਟ ਬਣ ਜਾਂਦੀ। ਇਸ ਦੀ ਡਿਮਾਂਡ ਕਰਨ ਤੋਂ ਬਾਅਦ ਇੱਕ ਵੱਡਾ ਸਵਾਲ ਸੀ ਕਿ ਪੰਜਾਬ ਪੁਲਿਸ ਦੇ ਵਿੱਚ ਬਲੈਕ ਸ਼ੀਪ ਬੇਨਕਾਬ ਹੋ ਗਈ ਹੈ। ਇਹ ਉਹ ਬਲੈਕ ਸ਼ੀਪ ਸੀ ਜਿਸਨੇ ਪੂਰੀ ਪੁਲਿਸਿੰਗ ਫੋਰਸ ਨੂੰ ਇੱਕ ਧੱਬਾ ਲਗਾਉਣ ਦੀ ਕੋਸ਼ਿਸ਼ ਕੀਤੀ, ਪੰਜਾਬ ਪੁਲਿਸ ਦਾ ਮਨੋਬਲ ਗਿਰਨ ਦੀ ਕੋਸ਼ਿਸ਼ ਕੀਤੀ। ਜਿਸ ਪੰਜਾਬ ਪੁਲਿਸ ਨੂੰ ਲੋਕ ਸੇਵਾ ਦੇ ਵਿੱਚ ਲੋਕ ਸੇਵਾ ਵਾਸਤੇ ਜਾਣਿਆ ਜਾਂਦਾ ਸੀ, ਉਹੀ ਉਹ ਪੁਲਿਸ ਦੇ ਚਰਚੇ ਅਮਰੀਕਾ ਦੇ ਵਿੱਚ ਹੋ ਰਹੇ ਨੇ। ਅਮਰੀਕਾ ਦੀ ਐਫਬੀਆਈ ਏਜੰਸੀ ਜਿਹੜੀ ਅਕਸਰ ਕਿਹਾ ਜਾਂਦਾ ਕਿ ਪਤਾਲ ਦੇ ਵਿੱਚ ਬੈਠੇ ਸ਼ਖਸ ਨੂੰ ਵੀ ਲੱਭ ਸਕਦੀ ਹੈ। ਇਹ ਤਾਂ ਫਿਰ ਐਸਐਚਓ ਗੁਰਿੰਦਰ ਸੀ। ਐਫਬੀਆਈ ਨੇ ਇਸ ਪੂਰੇ ਡੋਜ਼ੀਅਰ ਨੂੰ ਸੁਭਾਵਿਕ ਗੱਲ ਹੈ ਕਿ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਜਾਂ ਫਿਰ ਰੈੱਡ ਲਾਈਨ ਦੇ ਦਾਇਰੇ ਵਿੱਚ ਜ਼ਰੂਰ ਲਿਆਂਦਾ ਹੋਏਗਾ, ਕਿਉਂਕਿ ਬਲੂ ਕਾਰਨਰ ਨੋਟਿਸ, ਰੈੱਡ ਕਾਰਨਰ ਨੋਟਿਸ ਵੱਖ-ਵੱਖ ਸਮੇਂ ਤੇ ਕੋਈ ਵੀ ਜਾਂਚ ਏਜੰਸੀ ਜਾਰੀ ਕਰ ਸਕਦੀ ਹੈ। ਜੇਕਰ ਨਾਗਰਾ ਐਸਐਚਓ ਨੂੰ ਕਿਸੇ ਤਫਤੀਸ਼ ਦੇ ਵਿੱਚ ਸ਼ਾਮਲ ਕਰਨਾ ਹੋਏਗਾ ਤਾਂ ਬਲੂ ਕਾਰਨਰ ਨੋਟਿਸ ਜਾਰੀ ਕੀਤਾ ਜਾਏਗਾ, ਜਾਂ ਫਿਰ ਉੱਪਰਲੀ ਕਾਰਵਾਈ ਹੋਏਗੀ, ਫਿਰ ਰੈੱਡ ਕਾਰਨਰ ਨੋਟਿਸ ਜਾਰੀ ਹੋਏਗਾ। ਮਨੋਜ ਰਾਠੀ ਇਸ ਖਬਰ ਤੇ ਜੁੜੇ ਨੇ। ਮਨੋਜ, ਐਸਐਚਓ ਦੇ ਚਰਚੇ ਤਾਂ ਵਿਸ਼ਵ ਭਰ ਦੇ ਵਿੱਚ ਹੋ ਰਹੇ ਨੇ। ਪੰਜਾਬ ਦੀ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਿਉਂ ਕੀਤਾ? ਕਿਹੜੇ ਜੁਰਮ 'ਚ ਕੀਤਾ? देखो कृष्ण बड़ी हैरान कर देने वाले और तुसी भी जिहड़ी जानकारी दी है। देखो इहदे विच एफबीआई ਵੱਲੋਂ खुलासा कित्थों होंदा है, शुरुआत कित्थों होंदी है,
ਇਸ ਜਿਹੜਾ ਬਲੈਕ ਸ਼ੀਪ ਬੈਠੇ ਨੇ ਇਹਨਾਂ ਦਾ ਕਿਸ ਤਰ੍ਹਾਂ ਦਾ ਭੇਦ ਖੁੱਲਦਾ ਹੈ, ਕਿਉਂਕਿ FBI ਨੇ ਜਿਹੜੇ ਦਿਨਾਂ ਆਪਰੇਸ਼ਨ ਹਾਰਡ ਬਾਲ ਇਹ ਸਟਾਰਟ ਕੀਤਾ ਸੀਗਾ ਔਰ ਇਹਦੇ ਵਿੱਚ 24 ਗ੍ਰਿਫਤਾਰੀਆਂ, ਕਈ ਵੱਡੇ ਜਿਹੜੇ ਨਾਮੀ ਗੈਂਗਸਟਰ ਨੇ, ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ, ਰੋਹਿਤ ਗੁਰਾਰਾ, ਗੋਲਡੀ ਬਰਾੜ, ਹੋਰ ਜਿਹੜੇ ਵੀ ਉੱਥੇ ਗੈਂਗਸਟਰ ਜਿਹੜੇ ਨੇ ਵਿਦੇਸ਼ਾਂ 'ਚ ਬਹਿ ਕੇ ਇਹ ਪੂਰਾ ਜਿਹੜਾ ਨੈਟਵਰਕ ਚਲਾ ਰਹੇ ਨੇ। ਦੇਖੋ ਇਹ ਰੰਗਦਾਰੀ ਦਾ, ਫਿਰੌਤੀ ਦਾ, ਟਾਰਗੇਟ ਕਿਲਿੰਗ ਦਾ ਕਿਸ ਤਰ੍ਹਾਂ ਖੇਡ ਚੱਲ ਰਿਹਾ ਔਰ ਇਹ ਪਹਿਲਾਂ ਵੀ ਗੱਲ ਸਾਹਮਣੇ ਆਈ ਸੀ ਕਿ ਪੁਲਿਸ ਦੇ ਬਿਨਾਂ, ਯਾਨੀ ਕਿ ਪੁਲਿਸ ਮਹਿਕਮੇ ਦੇ ਵਿਸਾਰੇ ਨਹੀਂ, ਕਈ ਇਸ ਤਰ੍ਹਾਂ ਦੇ ਬਲੈਕ ਸ਼ੀਪ ਬੈਠੇ ਨੇ ਜਿਨ੍ਹਾਂ ਦੀ ਮਦਦ ਨਾਲ ਇਹ ਜਿਹੜਾ ਨੈਟਵਰਕ ਹੈ ਉਹ ਚੱਲਦਾ। $4 ਲੱਖ ਦੀ ਰੰਗਦਾਰੀ ਦਾ ਮਾਮਲਾ, ਦੇਖੋ ਕਿੰਨੀ ਵੱਡੀ ਕਹਿ ਸਕਦੇ ਹਾਂ ਕਿ ਰਕਮ ਹੈ ਔਰ ਇਹ ਪੂਰਾ ਇੱਕ ਗੈਂਗਸਟਰ ਦੇ ਨਾਲ ਮਿਲ ਕੇ ਕਿਸ ਤਰ੍ਹਾਂ ਜਿਹੜੇ ਅਮਰੀਕਾ ਦੇ ਵਿੱਚ ਬੈਠੇ ਭਾਰਤੀ ਪਰਿਵਾਰ ਨੇ ਉਹਨਾਂ ਨੂੰ ਧਮਕਾਉਣ ਦਾ ਆਰੋਪ, ਕਿਸ ਤਰ੍ਹਾਂ ਇਹ ਸਾਰੀ ਚੀਜ਼ਾਂ ਹੋਈਆਂ ਔਰ ਅਮਰੀਕਾ ਦੇ ਵਿੱਚ ਕਾਰਵਾਈ ਹੋਈ ਹੈ। ਇਹ ਸੰਗਠਿਤ ਜਿਹੜੇ ਵੀ ਗਿਰੋਹ ਨੇ ਉਹਨਾਂ ਦੇ ਖਿਲਾਫ ਆਪਰੇਸ਼ਨ ਹਾਰਡ ਬਾਲ ਔਰ ਇਹਦੇ ਵਿੱਚ ਨਾਗਰਾ ਦਾ ਜਿਹੜਾ ਦੇਖੋ ਕੀ ਰੋਲ ਸੀਗਾ। ਹਾਲਾਂਕਿ ਇਸ ਨੂੰ ਪਹਿਲਾਂ ਹੀ ਲਾਈਨ ਹਾਜ਼ਰ ਤਾਂ ਕਰ ਦਿੱਤਾ ਗਿਆ ਸੀਗਾ, ਲੇਕਿਨ ਹੁਣ ਜਿਹੜੀ ਗ੍ਰਿਫਤਾਰੀ ਹੋਈ ਹੈ, ਦੇਖੋ ਇਹਦੇ ਵਿੱਚ 2-3 ਚੀਜ਼ਾਂ ਅਹਿਮ ਹੈ ਕ੍ਰਿਸ਼ਨ। FBI ਨੇ ਆਪਣੀ ਚਾਰਜ ਸ਼ੀਟ ਦੇ ਵਿੱਚ ਇੰਸਪੈਕਟਰ ਦਾ ਨਾਲ ਜਿਹੜਾ ਹੈਗਾ ਉਹਦੇ 'ਚ ਆਇਆ ਸੀਗਾ ਕਿ ਪੰਜਾਬ ਦੇ ਵਿੱਚ ਕਾਲ ਕਰਕੇ ਜਿਹੜੇ ਵੀ ਵਿਕਟਿਮ ਹੈ ਉਹਨਾਂ ਨੂੰ ਝੂਠੇ ਕੇਸ 'ਚ ਫਸਾਉਣ ਦੀ ਧਮਕੀ ਦੇ ਕੇ ਪੈਸੇ ਮੰਗੇ ਜਾ ਰਹੇ ਨੇ, ਵਸੂਲੀ ਦਾ ਜਿਹੜਾ ਹੈਗਾ ਇਲਜ਼ਾਮ ਲੱਗਿਆ ਸੀਗਾ ਔਰ ਇਹਦੇ ਵਿੱਚ ਇਹ ਵੀ ਕਿਹਾ ਗਿਆ ਸੀਗਾ ਕਿ ਭਾਰਤ ਦੇ ਵਿੱਚ ਜਿਹੜੇ ਜੇਲ੍ਹਾਂ 'ਚ ਬੈਠੇ ਗੈਂਗਸਟਰ ਨੇ ਐਕਸਟ੍ਰਾਡਿਕਟੀ ਜਿਹੜੀ ਹੈਗੀ ਹੈ ਉਹ ਵੀ ਹੁਣ ਗੱਲ ਸਾਹਮਣੇ ਆ ਰਹੀ ਹੈ। ਲੇਕਿਨ ਨਾਗਰਾ ਦਾ ਕੀ ਰੋਲ ਸੀ, ਇਸ ਤੋਂ ਇਲਾਵਾ ਹੋਰ ਵੀ ਕਿਸੇ ਤਰ੍ਹਾਂ ਦੀ ਚੀਜ਼ਾਂ 'ਚ ਇਨਵੋਲਵ ਸੀਗਾ। ਦੇਖੋ ਹੁਣ ਇਹ ਪੁਆਇੰਟ ਟੂ ਪੁਆਇੰਟ ਸਾਰੇ ਖੁਲਾਸੇ ਹੋਣਗੇ ਕਿਉਂਕਿ ਹੁਣ ਦੇਖੋ ਇਹਦੇ ਵਿੱਚ ਇਨਵੈਸਟੀਗੇਸ਼ਨ ਸ਼ੁਰੂ ਹੋ ਚੁੱਕੀ ਹੈ। ਪੰਜਾਬ ਪੁਲਿਸ ਦੀ ਜਿਹੜੀ ਏਜੰਸੀਆਂ ਨੇ, ਹੋਰ ਵੀ ਜਿਹੜੀ ਏਜੰਸੀਆਂ ਹੈ ਹੁਣ ਇਹਦੇ ਵਿੱਚ ਇਨਵੈਸਟੀਗੇਸ਼ਨ ਕਰੂੰਗੀ ਕਿ ਆਖਿਰ ਹੋਰ ਕਿਹਦਾ ਇਹਦੇ ਵਿੱਚ ਰੋਲ ਹੈ। ਇਹ ਜਿਹੜਾ ਅਰੈਸਟ ਕੀਤਾ ਹੈ FBI ਦੀ ਰეკਮੈਂਡੇਸ਼ਨ ਤੇ FIR ਦਰਜ ਕੀਤੀ ਗਈ ਜਾਂ ਕਿਸ ਹਿਸਾਬ ਨਾਲ ਹੁਣ ਇਸ ਕੇਸ ਵਿੱਚ ਐਪਲੀਕੈਂਟ ਬਣਾਇਆ ਗਿਆ, ਕਿਉਂਕਿ ਅਮਰੀਕਾ ਦਾ ਕਾਨੂੰਨ, ਭਾਰਤ ਦਾ ਕਾਨੂੰਨ ਜ਼ਮੀਨ ਅਸਮਾਨ ਦਾ ਫਰਕ ਹੈ। ਉਹ ਵੱਖਰੇ ਕਨਸਟੀਟਿਊਸ਼ਨ ਦੀ ਗੱਲ ਕਰਦੇ ਹੈ। ਜਦੋਂ ਕਿਸੇ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤਾਂ ਅਮਰੀਕਾ ਦੀ ਅਦਾਲਤ 'ਚ, ਬਲਕਿ ਪੰਜਾਬ ਸੰਬੰਧਿਤ ਅਦਾਲਤਾਂ ਵਿੱਚ ਉਸ ਨੂੰ ਪ੍ਰੋਡਿਊਸ ਕੀਤਾ ਜਾਏਗਾ। ਦੂਜਾ ਵੱਡਾ ਸਵਾਲ ਹੈ ਇਸ ਮੁਕੱਦਮੇ ਦੇ ਕੀ ਕੁਝ ਮਾਇਨੇ ਦੇਖੇ ਜਾਣ, ਕਿਵੇਂ ਕੰਟਰਾਡਿਕਟਰੀ ਕਰਦੀ ਹੈ, ਕਿਉਂਕਿ ਪ੍ਰੋਸੀਕਿਊਸ਼ਨ FBI ਵੀ ਗੁਰਿੰਦਰ ਨਾਗਰਾ ਨੂੰ ਕਰਨ ਦੀ ਤਿਆਰੀ ਕਰ ਰਹੀ ਹੈ। ਦੇਖੋ ਇਹਦੇ ਵਿੱਚ 2-3 ਚੀਜ਼ਾਂ ਨੇ ਰਿਸ਼ਨ, ਜਿਹੜੇ ਸੋਰਸਿਸ ਸਾਨੂੰ ਜਾਣਕਾਰੀ ਦੇ ਰਹੇ ਹੈ ਕਿ ਪੰਜਾਬ ਪੁਲਿਸ ਖੁਦ DGP ਗੌਰਵ ਯਾਦਵ ਇਸ ਪੂਰੇ ਕੇਸ ਨੂੰ ਮੋਨੀਟਰ ਕਰ ਰਹੇ। ਦੇਖੋ ਕਿਉਂਕਿ ਵੱਡੀ ਗੱਲ ਹੋ ਜਾਂਦੀ ਹੈ ਕਿ FBI ਵਰਗੀ ਇੰਨੀ ਵੱਡੀ ਏਜੰਸੀ ਇਸ ਤਰ੍ਹਾਂ ਦੇ ਇਲਜ਼ਾਮ ਲਾ ਰਹੀ ਹੈ। ਚਾਰਜ ਸ਼ੀਟ ਦੇ ਵਿੱਚ ਸਾਫ਼ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਇਹ ਮਿਲੀ ਭੁਗਤ ਜਿਹੜੀ ਹੈਗੀ ਹੈ ਉਹ ਹੁੰਦੀ ਹੈ ਔਰ ਕਿਸ ਤਰ੍ਹਾਂ ਵਿਦੇਸ਼ਾਂ ਦੇ ਵਿੱਚ ਬੈਠੇ ਜਿਹੜੇ ਭਾਰਤੀ ਪਰਿਵਾਰ ਨੇ ਜਾਂ ਹੋਰ ਜਿਹੜੇ ਲੋਕਾਂ ਨੂੰ ਕਿਸ ਤਰ੍ਹਾਂ ਧਮਕੀਆਂ ਦਿੰਦੇ ਆ, ਉਹਨਾਂ ਨੂੰ ਕਾਲ ਕਰਕੇ ਉਹਨਾਂ ਨੂੰ ਧਮਕਾਉਂਦੇ ਆ, ਪੈਸੇ ਦੀ ਡਿਮਾਂਡ ਕਰਦੇ ਆ, ਤੁਹਾਨੂੰ ਫਸਾ ਦਿੱਤਾ ਜਾਏਗਾ ਇਸ ਕੇਸ ਦੇ ਵਿੱਚ। ਲੇਕਿਨ ਦੇਖੋ ਇਹ ਜਿਹੜਾ ਪਿਛਲੇ ਦਿਨਾਂ ਮਰਡਰ ਹੋਇਆ ਸੀਗਾ, ਤੁਸੀਂ ਵੀ ਜ਼ਿਕਰ ਕਰ ਰਹੇ ਹੋ, ਕਿਸ ਤਰ੍ਹਾਂ ਆਪਸੀ ਰੰਜਿਸ਼ ਦੀ ਗੱਲ ਕੀਤੀ ਗਈ ਸੀ, ਪ੍ਰੈਸ ਕਾਨਫਰੰਸ ਕਰਕੇ ਜਿਹੜੀ ਜਾਣਕਾਰੀ ਦਿੱਤੀ ਗਈ ਸੀ, ਲੇਕਿਨ ਉਹ ਤੋਂ ਉਲਟ ਹੋਇਆ। ਹਾਲਾਂਕਿ ਪੰਜਾਬ ਪੁਲਿਸ, ਜਿੱਦਾਂ ਤੁਸੀਂ ਜ਼ਿਕਰ ਕਰ ਰਹੇ ਹੋ, ਪੰਜਾਬ ਪੁਲਿਸ ਨੇ ਇਹਦੀ ਪੂਰੀ ਇਨਵੈਸਟੀਗੇਸ਼ਨ ਕੀਤੀ। ਸੋਰਸਿਸ ਜਿਹੜੇ ਜਾਣਕਾਰੀ ਦੇ ਰਹੇ ਹੈ ਜਦ FBI ਦੀ ਇਹ ਪੂਰਾ ਆਪਰੇਸ਼ਨ ਦੇ ਵਿੱਚ ਨਾ ਆਇਆ ਸੀਗਾ, ਲਾਈਨ ਹਾਜ਼ਰ ਕਰਕੇ ਪੂਰਾ ਵੈਰੀਫਾਈ ਕੀਤਾ ਗਿਆ ਸੀਗਾ, ਇਨਵੈਸਟੀਗੇਸ਼ਨ ਕੀਤੀ ਗਈ ਸੀ। DGP ਦੇ ਆਰਡਰ ਤੋਂ ਬਾਅਦ ਜਿਹੜੇ ਸੀਨੀਅਰ ਲੈਵਲ ਦੇ ਆਫੀਸਰ ਹੈ ਉਹਨਾਂ ਵੱਲੋਂ ਪੂਰੀ ਇਨਵੈਸਟੀਗੇਸ਼ਨ ਕੀਤੀ ਗਈ। ਦੇਖੋ ਹੁਣ ਇਹਦੇ ਵਿੱਚ ਕਈ ਚੀਜ਼ਾਂ ਨੇ। ਹਾਲਾਂਕਿ ਹੁਣ ਪੁਲਿਸ ਫਿਲਹਾਲ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਦਿੰਦੀ ਨਜ਼ਰ ਆ ਰਹੀ ਕਿਉਂਕਿ ਦੇਖੋ ਇੰਟਰਨਲ ਮੈਟਰ ਹੈ, ਲੇਕਿਨ ਹੁਣ ਇੰਟਰਨਲ ਮੈਟਰ ਨਹੀਂ ਰਿਹਾ। ਹੁਣ ਤਾਂ ਬਹੁਤ ਸਾਰੇ ਭੇਦ ਖੁੱਲਣਗੇ ਵੀ, ਹੋਰ ਵੀ ਚੀਜ਼ਾਂ ਦਾ ਜਿਹੜਾ ਖੁਲਾਸਾ ਹੈ ਉਹ ਹੁਣ ਸਾਹਮਣੇ ਆਏਗਾ ਔਰ ਇਹਦੇ ਵਿੱਚ ਕਿਸ ਤਰ੍ਹਾਂ ਦੀ ਚੀਜ਼ਾਂ ਹੁੰਦੀ ਸੀ, ਕਿਸ ਤਰ੍ਹਾਂ ਦਾ ਖੇਡ ਜਿਹੜਾ ਹੈਗਾ ਖੇਡਿਆ ਜਾਂਦਾ ਸੀਗਾ, ਹੋਰ ਕੀ ਚੀਜ਼ਾਂ ਇਹਦੇ ਵਿੱਚ ਇਨਵੋਲਵ ਰਹੀ ਹੈ। ਇਹ ਬਹੁਤ ਸਾਰੀ ਚੀਜ਼ਾਂ ਨੇ ਜਿਸ ਨੂੰ ਲੈ ਕੇ ਜਿਹੜੇ ਵੀ ਇਲਜ਼ਾਮ ਲੱਗੇ ਨੇ ਉਹਦੇ ਵਿੱਚ ਕਿੰਨੀ ਜਿਹੜੀ ਹੈਗੀ ਹੋਰ ਕੀ ਚੀਜ਼ਾਂ, ਇਹ ਬਹੁਤ ਸਾਰੀ ਚੀਜ਼ਾਂ ਨੇ ਜਿਸ ਨੂੰ ਲੈ ਕੇ ਹੁਣ ਪੁਲਿਸ ਲਗਾਤਾਰ ਇਹਦੇ ਵਿੱਚ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ। ਬਿਲਕੁਲ ਬਹੁਤ ਸ਼ੁਕਰੀਆ ਮਨੋਜ। ਤਾਂ DGP ਗੌਰਵ ਯਾਦਵ ਇਸ ਪੂਰੇ ਕੇਸ ਨੂੰ ਮੋਨੀਟਰ ਕਰ ਰਹੇ ਨੇ। ਬਹੁਤ ਵੱਡੀ ਇਨਫੋਰਮੇਸ਼ਨ ਹੈ ਕਿ ਇਹ ਕੇਸ ਕੋਈ ਛੋਟਾ ਨਹੀਂ ਹੈ, ਇਹ $4 ਲੱਖ ਨਾਲ ਜੁੜਿਆ ਹੋਇਆ। ਤਾਂ ਸਭ ਤੋਂ ਵੱਡਾ ਸਵਾਲ ਹੈ ਕਿ SHO ਟਾਂਡਾ ਨੇ ਆਪਣੇ ਬਲਬੂਤੇ ਤੇ ਸਭ ਕੁਝ ਪਲਾਨ ਕਰਿਆ ਜਾਂ ਕੋਈ ਉੱਪਰਲੇ ਲੈਵਲ ਤੇ ਵੀ ਕੋਈ ਬੈਠਾ ਸੀ। $4 ਲੱਖ ਦਾ ਮਾਮਲਾ ਕੋਈ ਛੋਟਾ ਨਹੀਂ ਹੈ। ਕੋਈ ਵੱਡਾ ਕੇਸ ਹੋਵੇ, ਹਾਈ ਪ੍ਰੋਫਾਈਲ ਕੇਸ ਹੋਵੇ, ਅਫਸਰ ਆਪਣੇ ਲੈਵਲ ਤੇ ਕਿਸੇ ਕੇਸ ਨੂੰ ਟੈਕਲ ਨਹੀਂ ਕਰ ਸਕਦਾ, ਉਸ ਵਿੱਚ ਕਈ ਅਫਸਰਾਂ ਦੀ ਇਨਵੋਲਵਮੈਂਟ ਹੋ ਸਕਦੀ ਹੈ। ਤਾਂ ਇਸ ਕੇਸ ਦੀਆਂ ਪਰਤ ਖੁਲਾਸੇ ਹੋਣਗੇ ਕਿਉਂਕਿ ਇਹ ਕੇਸ ਛੋਟਾ ਨਹੀਂ ਸੀ। ਤਾਂ ਸਿੱਧੇ ਤੌਰ ਤੇ ਤੁਹਾਨੂੰ ਦਸੂਹਾ ਲੈ ਕੇ ਚੱਲਾਂਗੇ। ਦਸੂਹਾ ਕੋਰਟ ਤੋਂ ਮੇਰੇ ਸਹਿਯੋਗੀ ਗਰਾਊਂਡ ਜ਼ੀਰੋ ਤੋਂ ਜੁੜ ਗਏ ਨੇ ਵਿਜੇ ਸਲਾਰੀਆ। ਆਪਾਂ ਪੁੱਛਾਂਗੇ ਉਹਨਾਂ ਨੂੰ ਕਿਉਂਕਿ ਇਸੇ ਅਦਾਲਤ ਵਿੱਚ ਪ੍ਰੋਡਿਊਸ ਗੁਰਿੰਦਰ SHO ਨੂੰ ਕੀਤਾ ਜਾਏਗਾ। ਜਿਹੜਾ SHO
3 ਸਟਾਰ ਲਗਾ ਕੇ ਥਾਣੇ ਦਾ ਮੁਖੀ ਮੰਨਿਆ ਜਾਂਦਾ ਹੈ, ਥਾਣੇ ਦਾ ਮਾਲਕ ਮੰਨਿਆ ਜਾਂਦਾ ਹੈ, ਤਾਂ ਉਸੇ ਥਾਣੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ। ਉਸ ਤੋਂ ਬਾਅਦ ਅਦਾਲਤ ਵਿੱਚ ਪ੍ਰੋਡਿਊਸ। ਵਿਜੇ, ਕੀ ਕੁਝ ਇਨਫੋਰਮੇਸ਼ਨ ਤੁਹਾਡੇ ਕੋਲ? जी बिल्कुल कृष्ण, मैं दसना चाहांगा कि हुण 11 वजे दस्सिया जा रहा है कि दसूहा की अदालत विच गुरिंदरजीत नागरा नूं जिहड़ा पेश किया जाएगा। उस तो पहला जिहड़ा आ उन्हां दा मैडिकल जिहड़ा दसूहा दे सिविल हॉस्पिटल च शायद दस्सिया जा रहा करवाउण तो बाद जिहड़ा इस अदालत विच तस्वीरां तुसीं देख सकदे हो कि इह दसूहा की अदालत है, इस विच गुरिंदरजीत नागरा नूं पेश किया जाएगा। हालांकि मामला बड़ा संगीन है और दस दवां कि अज ये मामला जिहड़ा आ पूरी तरह हाईलाइट हो चुका है, क्योंकि एक SHO ਨੂੰ ਜਿਸ ਤਰ੍ਹਾਂ ਇਸ ਇੱਕ ਕ੍ਰਾਈਮ ਇਨਵੋਲਵਮੈਂਟ ਹੋਣਾ, ਜੋ ਵਰਲਡ ਦੀ ਸਭ ਤੋਂ ਵੱਡੀ ਇੱਕ ਜਾਂਚ ਏਜੰਸੀ ਆ ਉਸ ਦੇ ਵਿੱਚ ਸ਼ਾਮਿਲ ਹੋਣਾ, ਉਸ ਦੇ ਨਾਲ ਬੜੇ ਹੀ ਸਵਾਲ ਖੜੇ ਹੁੰਦੇ ਨੇ। ਉੱਥੇ ਹੀ ਪੁਲਿਸ ਦੀ ਸਾਖ ਤੇ ਵੀ ਸਵਾਲ ਖੜੇ ਹੁੰਦੇ ਨੇ। ਸੋ ਉਸ ਦੇ ਨਾਲ ਦੱਸ ਦਵਾਂ ਕਿ ਹੁਣ ਦੱਸਿਆ ਜਾ ਰਿਹਾ ਕੁਝ ਸਮੇਂ ਬਾਅਦ ਕਦੀ ਵੀ SHO ਟਾਂਡਾ ਨੂੰ ਇੱਥੇ ਅਦਾਲਤ 'ਚ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਲੈ ਕੇ ਜਾ ਸਕਦਾ। ਉਸ ਤੋਂ ਬਾਅਦ ਅਗਲੀ ਜਿਹੜੀ ਕਾਰਵਾਈ ਆ ਉਹ ਅਮਲ 'ਚ ਲਿਆਂਦੀ ਜਾਵੇਗੀ। ਜੀ ਕ੍ਰਿਸ਼ਨ। ਬਿਲਕੁਲ ਤਾਂ ਵਿਜੇ, ਸਵਾਲ ਬਹੁਤ ਵੱਡੇ ਬਣ ਜਾਂਦੇ ਆ ਕਿ ਦੇਖੋ $4 ਲੱਖ ਦਾ ਜਿਹੜਾ ਮਾਮਲਾ ਕੋਈ ਛੋਟਾ ਨਹੀਂ ਹੁੰਦਾ। 4 ਕਰੋੜ ਰੁਪਇਆ ਛੋਟੀਆਂ ਸੈਟਿੰਗਸ ਤੇ ਸੀਨੀਅਰ ਅਫਸਰਾਂ ਨੂੰ ਦੱਸਣਾ ਪੈਂਦਾ ਹੈ ਕਿ ਕੀ ਕੁਛ SHO ਕਰ ਰਹੇ। ਇਸ ਕੇਸ ਵਿੱਚ ਕੀ ਇਕੱਲਾ ਗੁਰਿੰਦਰ ਨਾਗਰਾ ਹੀ ਸਭ ਕੁਛ ਹੈ ਜਾਂ ਮੇਨ ਵਿਲੀਅਨ ਕੋਈ ਹੋਰ ਹੈ ਇਸ ਕੇਸ ਦਾ? जी कृष्ण, एक 4 करोड़ रुपया आप कह सकते हैं कि बड़ी वड्डी ही रकम है जी, पर जिथे तक दस्या जाए कि एक SHO इस तरह की एक गबन मतलब कह सकते हैं कि फिरौती कर जाए, किते ना किते गल हजम नहीं होंदी। क्योंकि दस्या ये भी आ सकता हूं तो जांच दे सामने आएगा कि इस विच गुरिंदरजीत अकेला खुद शामिल सी या फिर इस विच होर अधिकारी जिहड़े आ वो भी शामिल होए ने। ये तो हुण जांच दे बाद पता लगेगा, पर किते ना किते एक एडी वड्डी एक्सटॉर्शन मनी जिहड़ी आ वो एक सिर्फ कल्ले SHO ਵੱਲੋਂ हड़प जाना, ये भी किते गल जिहड़ी आ खरे गले तो खरे नहीं उतर रही। जी बिल्कुल। किन्ने वजे प्रोड्यूस करवा रहे हो इनू? सब तो बड़ा सवाल है कि पूरी पुलिस फोर्स ते बहुत बड़ा दाग SHO गुरिंदर है। जी बिल्कुल, पुलिस की साख ते दाग लग गई है। उत्थे दस्सिया जा रहा है कि हुण 11 वजे का समा दस्सिया कि 11 वजे उन्होंने सब तो पहला दसूहा के सिविल हॉस्पिटल में उन्हों का मैडिकल चैकअप करवाया जाएगा, जांच की जाएगी। उस तो बाद माननीय अदालत में जिहड़ा दसूहा दे विच पेश किया जाएगा। उस तो बाद जिहड़ा उन्होंने रिमांड लैके जिहड़ी अगली प्रक्रिया कृष्ण शुरू की जाएगी। बहुत शुक्रिया विजय। तो विजय जानकारी देने के सही 11 बजे SHO नागरा नूं अदालत विच पेश किया जाएगा। अदालत विच पेश करके रिमांड हासिल किया जाएगा। पुछया जाएगा कि $4 ਲੱਖ किस हिसाब नाल मंगे गए, किस दे कहण ते मंगे गए, क्योंकि कल्ले SHO की इन्नी पावर नहीं हुंदी कि एडे वड्डे केस नूं टैकल कर ले। DSP और SHO तक क्यों खिचड़ी हुंदे ने? उपरले लैवल के अफसर कौन सी? कि अपने लैवल ते सब कुछ सैट होया? कोई सैटिंग हो जाए पंजाब की पुलिस दे विच SHO अपने लैवल ते नहीं कर सकता, मुंशिया वाले लैवल ते नहीं कर सकता। हुण तक दे पुलिस एक्सपीरियंस बयान करते हैं, इन्हां विच बहुत वड्डियां जिहड़ियां वो चीज़ां हुंदियां ने, बहुत वड्डियां तारां हुंदियां ने। जो लोग पुलिस एक्सपीरियंस नूं जानते हैं वो चंगे तरीके नाल समझते हैं कि वड्डा केस वड्डे लैवल तो ही टैकल किया जाता है। तो एक बहुत बड़ी चीज़ है कि मामला है कि ये चीज़ जाननी बड़ी जरूरी है। आखिरकार पूरी रिपोर्ट न्यूज़ 18 ने एक महा रिपोर्ट तैयार की सी। उस रिपोर्ट में तुहानूं दसांगे कि आखिरकार मामला है की सी, कित्थों किवें तारां जुड़ियां। इस रिपोर्ट जरिए वेखो। अमरीकी खुफिया एजेंसी FBI ਦੀ 34 ਵਾਂਟਡ ਮੁਲਜ਼ਮਾਂ ਦੀ ਲਿਸਟ ਦੇ ਵਿੱਚ ਸਭ ਤੋਂ ਆਖਰੀ ਤਸਵੀਰ ਹੈ ਪੰਜਾਬ ਪੁਲਿਸ ਦੇ ਇੰਸਪੈਕਟਰ ਦੀ। ਇਹ ਹੈ ਹੁਸ਼ਿਆਰਪੁਰ ਦੇ ਟਾਂਡਾ ਪੁਲਿਸ ਥਾਣੇ ਦਾ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ। ਹਾਲਾਂਕਿ ਇਸ ਵੇਲੇ ਲਾਈਨ ਹਾਜ਼ਰ ਹੈ ਅਤੇ ਹੁਸ਼ਿਆਰਪੁਰ ਪੁਲਿਸ ਲਾਈਨ ਦੇ ਵਿੱਚ ਭੇਜਿਆ ਗਿਆ ਹੈ। FBI ਦੀ ਚਾਰਜ ਸ਼ੀਟ ਦੇ ਵਿੱਚ ਇੰਸਪੈਕਟਰ ਨਾਗਰਾ ਦਾ ਜ਼ਿਕਰ ਕਥਿਤ ਤੌਰ ਤੇ ਇੱਕ ਭ੍ਰਿਸ਼ਟ ਪੁਲਿਸ ਅਫਸਰ ਦੇ ਵਜੋਂ ਹੋਇਆ ਹੈ, ਜਿਸ ਤੇ ਇਲਜ਼ਾਮ ਹੈ ਕਿ ਉਸ ਦਾ ਕਥਿਤ ਤੌਰ ਤੇ ਗੈਂਗਸਟਰ ਜੱਗੂ ਭਗਵਾਨਪੁਰੀਆ ਗੈਂਗ ਦੇ ਨਾਲ ਲਿੰਕ ਹੈ ਅਤੇ ਇੱਕ ਮਰਡਰ ਕੇਸ ਦੇ ਵਿੱਚ ਅਮਰੀਕਾ ਦੇ ਵਿੱਚ ਰਹਿੰਦੇ ਪਰਿਵਾਰ ਨੂੰ ਫਸਾਉਣ ਦੀ ਧਮਕੀ ਦੇ ਕੇ $4 ਲੱਖ ਅਮਰੀਕੀ ਦੀ ਡਿਮਾਂਡ ਕੀਤੀ ਗਈ ਸੀ। Gunderjeet Singh is a police chief in India charged with attempting to extort victims here in Los Angeles by threatening to file a false murder charge against them in India. ਇੰਸਪੈਕਟਰ ਨਾਗਰਾ ਵਾਲੀ ਇਹ ਕਹਾਣੀ ਸਮਝਣ ਦੇ ਲਈ ਸਾਨੂੰ 6 ਮਹੀਨੇ ਪਿੱਛੇ ਜਾਣਾ ਹੋਵੇਗਾ। जनवरी 15 ਤਰੀਕ ਤੇ ਜਦੋਂ ਵੀਰਵਾਰ ਦੇ ਦਿਨ ਸ਼ਾਮ ਕਰੀਬ 4 ਵਜੇ ਹੁਸ਼ਿਆਰਪੁਰ ਦੇ ਟਾਂਡਾ ਦੇ ਪਿੰਡ ਮਿਆਣੀ ਦੇ ਵਿੱਚ ਇੱਕ ਦੁਕਾਨਦਾਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਿਸ ਦੀ ਪਛਾਣ ਆਮ ਆਦਮੀ ਪਾਰਟੀ ਦੇ ਵਰਕਰ ਬਲਵਿੰਦਰ ਸਿੰਘ ਸਤਕਰਤਾਰ ਦੇ ਵਜੋਂ ਹੋਈ। ਬਲਵਿੰਦਰ ਨੂੰ ਬਾਈਕ ਤੇ ਸਵਾਰ ਹੋ ਕੇ ਆਏ 3 ਬਦਮਾਸ਼ਾਂ ਨੇ ਗੋਲੀਆਂ ਮਾਰੀਆਂ ਸਨ।
ਪੁਲਿਸ ਅਜੇ ਕਾਤਲਾਂ ਤੱਕ ਪਹੁੰਚਦੀ ਕਿ ਉਸ ਤੋਂ ਪਹਿਲਾਂ ਹੀ ਸੋਸ਼ਲ ਮੀਡੀਆ ਤੇ ਕਥਿਤ ਪੋਸਟ ਵਾਇਰਲ ਕਰ ਦਿੱਤੀ ਗਈ, ਜਿਸ ਦੇ ਵਿੱਚ ਇਸ ਗੱਲ ਦਾ ਦਾਅਵਾ ਕੀਤਾ ਗਿਆ ਕਿ ਇਹ ਕਤਲ ਜਸ਼ਨ ਗਿੱਲ ਅਤੇ ਗੁਰਲਾਲ ਰੁਧਿਆਣਾ ਨੇ ਕੀਤਾ ਹੈ ਅਤੇ ਉਹ ਇਸ ਦੀ ਜ਼ਿੰਮੇਵਾਰੀ ਵੀ ਲੈਂਦੇ ਨੇ। ਹਾਲਾਂਕਿ ਨਿਊਜ਼ 18 ਇਸ ਪੋਸਟ ਦੀ ਕੋਈ ਵੀ ਪੁਸ਼ਟੀ ਨਹੀਂ ਕਰਦਾ। ਮੈਂ ਤੁਹਾਨੂੰ ਜਗ੍ਹਾ ਦੱਸ ਦਵਾਂ ਕਿ ਇਸ ਜਗ੍ਹਾ ਜੋ ਕਿ ਹੁਸ਼ਿਆਰਪੁਰ ਦਾ ਮਿਆਣੀ ਵੱਡਾ ਮਿਆਣੀ ਪਿੰਡ ਹੈ, ਇਸ ਪਿੰਡ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਬਲਵਿੰਦਰ ਸਿੰਘ ਜਿਨ੍ਹਾਂ ਦੀ ਹਾਰਡਵੇਅਰ ਦੀ ਦੁਕਾਨ ਹੈ, ਉਹ ਆਪਣੀ ਦੁਕਾਨ ਤੇ ਬੈਠੇ ਸਨ। 15 ਜਨਵਰੀ 2026 ਨੂੰ ਸਮਾਂ ਸ਼ਾਮ 4 ਵਜੇ 3 ਹਮਲਾਵਰ ਜਿਹੜੇ ਨੇ ਉਹ ਬਾਈਕ ਤੇ ਸਵਾਰ ਹੋ ਕੇ ਪਹੁੰਚਦੇ ਨੇ ਅਤੇ ਤਾਬੜਤੋੜ 7 ਗੋਲੀਆਂ ਰਾਉਂਡ ਜਿਹੜੀ ਫਾਇਰ ਬਲਵਿੰਦਰ ਸਿੰਘ ਦੀ ਦੁਕਾਨ ਉੱਤੇ ਕਰਦੇ ਨੇ। ਇਸ ਫਾਇਰਿੰਗ ਦੇ ਵਿੱਚ ਬਲਵਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਅਤੇ ਬਲਵਿੰਦਰ ਸਿੰਘ ਦੇ ਨਾਲ ਬੈਠੇ ਇੱਕ ਅਨ ਵਿਅਕਤੀ ਜਿਹੜੇ ਆ ਗੰਭੀਰ ਜ਼ਖਮੀ ਹੋ ਜਾਂਦੇ ਨੇ। ਇਸ ਕਤਲकांड ਨੂੰ ਲੈ ਕੇ ਤਤਕਾਲੀ ਐਸਐਚਓ ਗੁਰਿੰਦਰਜੀਤ ਸਿੰਘ ਨਾਗਰੇ ਨੇ ਪ੍ਰੈਸ ਕਾਨਫਰੰਸ ਕਰਕੇ ਉਸ ਵੇਲੇ ਦਾਅਵਾ ਕੀਤਾ ਸੀ ਕਿ ਇਸ ਵਾਰਦਾਤ ਨੂੰ ਪਰਿਵਾਰਕ ਰੰਜਿਸ਼ ਦੇ ਵਿੱਚ ਅੰਜਾਮ ਦਿੱਤਾ ਗਿਆ ਹੈ। ਇੰਸਪੈਕਟਰ ਗੁਰਿੰਦਰਜੀਤ ਸਿੰਘ ਦੇ ਮੁਤਾਬਿਕ ਅਮਰੀਕਾ ਦੇ ਵਿੱਚ ਰਹਿ ਰਹੇ ਰਿਟਾਇਰਡ ਏਐਸਆਈ ਅਤੇ ਮ੍ਰਿਤਕ ਬਲਵਿੰਦਰ ਸਿੰਘ ਦੇ ਕੁੜਮ ਚਰਨਜੀਤ ਸਿੰਘ ਨੇ ਆਪਣੀ ਧੀ ਦੇ ਤਲਾਕ ਦੇ ਮਾਮਲੇ ਦੇ ਵਿੱਚ ਸੁਪਾਰੀ ਕਿਲਿੰਗ ਕਰਵਾਈ। ਸ਼ੂਟਰਾਂ ਦੇ ਖਾਤਿਆਂ ਦੇ ਵਿੱਚ 1,80,000 ਰੁਪਏ ਟ੍ਰਾਂਸਫਰ ਹੋਣ ਦੀ ਵੀ ਗੱਲ ਕਹੀ ਗਈ ਸੀ। ਇਸ ਤੋਂ ਬਾਅਦ ਟਾਂਡਾ ਪੁਲਿਸ ਨੇ ਅਮਰੀਕਾ ਦੇ ਵਿੱਚ ਰਹਿੰਦੇ ਚਰਨਜੀਤ ਸਿੰਘ, ਉਸਦੇ ਬੇਟੇ ਗੁਰਪ੍ਰੀਤ ਸਿੰਘ ਅਤੇ ਧੀ ਨੂੰ ਵੀ ਕਤਲ ਦੇ ਕੇਸ ਦੇ ਵਿੱਚ ਨਾਮਜ਼ਦ ਕਰ ਲਿਆ। ਇੱਥੋਂ ਹੀ ਮਾਮਲੇ ਨੇ ਇੱਕ ਨਵਾਂ ਮੋੜ ਲਿਆ। ਅਮਰੀਕੀ ਏਜੰਸੀ ਦੇ ਮੁਤਾਬਿਕ ਚਰਨਜੀਤ ਦੇ ਪਰਿਵਾਰ ਨੂੰ ਕੇਸ ਦੇ ਵਿੱਚ ਫਸਾਉਣ ਅਤੇ ਰਾਹਤ ਦਿਵਾਉਣ ਦੇ ਨਾਂ ਤੇ $4 ਲੱਖ ਦੀ ਕਥਿਤ ਡਿਮਾਂਡ ਕੀਤੀ ਗਈ। ਇਲਜ਼ਾਮ ਨੇ ਕਿ ਇਸ ਦੇ ਵਿੱਚ ਗੈਂਗਸਟਰ ਜੱਗੂ ਭਗਵਾਨਪੁਰੀਆ ਗੈਂਗ ਸਿੱਧੇ ਤੌਰ ਤੇ ਸ਼ਾਮਲ ਰਿਹਾ ਹੈ। ਜਿਵੇਂ ਹੀ FBI ਨੇ ਇੰਸਪੈਕਟਰ ਨੂੰ ਲੈ ਕੇ ਇਹ ਖੁਲਾਸਾ ਕੀਤਾ ਤਾਂ ਪੰਜਾਬ ਪੁਲਿਸ ਨੇ ਗੁਰਿੰਦਰਜੀਤ ਸਿੰਘ ਨਾਗਰਾ ਨੂੰ ਆਨਨ ਫਾਨਨ ਦੇ ਵਿੱਚ ਲਾਈਨ ਹਾਜ਼ਰ ਕਰ ਦਿੱਤਾ। FBI ਵੱਲੋਂ ਜਦ ਗੈਂਗਸਟਰਾਂ ਦੀ ਫੋਟੋਆਂ ਇੱਕ ਜਾਰੀ ਕੀਤੀਆਂ ਜਾਂਦੀਆਂ, ਉਸ ਵਿੱਚ ਟਾਂਡਾ ਦੇ SHO ਦੀ ਫੋਟੋ ਸ਼ਾਮਿਲ ਹੋਣ ਤੋਂ ਬਾਅਦ ਪੁਲਿਸ ਵਿਭਾਗ ਵਿੱਚ ਹੜਕੰਪ ਮਚ ਜਾਂਦਾ। ਦੱਸ ਦਵਾਂ ਕਿ ਉਸ ਤੋਂ ਬਾਅਦ ਤੁਰੰਤ ਜਿਹੜਾ ਹੈ SSP ਹੁਸ਼ਿਆਰਪੁਰ ਵੱਲੋਂ ਗੁਰਿੰਦਰਜੀਤ ਸਿੰਘ ਨਾਗਰਾ ਜੋ ਕਿ ਟਾਂਡਾ ਦੇ SHO ਨੇ, ਇਹਨਾਂ ਨੂੰ ਫਟਾਫਟ ਲਾਈਨ ਹਾਜ਼ਰ ਕਰ ਦਿੱਤਾ ਜਾਂਦਾ। ਉਸ ਤੋਂ ਬਾਅਦ ਇੱਕ ਵੱਡੇ ਹੀ ਵੱਡੀ ਜਾਂਚ ਜਿਹੜੀ ਆ ਉਹ ਬਿਠਾਈ ਜਾਂਦੀ ਹੈ। ਦੱਸ ਦਵਾਂ ਕਿ ਇਸ ਜਾਂਚ ਦੀ ਕਮਾਨ ਖੁਦ DIG ਜਲੰਧਰ ਰੇਂਜ ਵੱਲੋਂ ਸੰਭਾਲੀ ਗਈ ਆ। ਇੰਸਪੈਕਟਰ ਗੁਰਿੰਦਰਜੀਤ ਸਿੰਘ ਇਸ ਵੇਲੇ ਹੁਸ਼ਿਆਰਪੁਰ ਪੁਲਿਸ ਲਾਈਨ ਦੇ ਵਿੱਚ ਤਾਇਨਾਤ ਹੈ। ਨਿਊਜ਼ 18 ਦੀ ਟੀਮ ਨੇ ਉਹਨਾਂ ਦਾ ਪੱਖ ਜਾਣਨ ਦੀ ਵੀ ਕੋਸ਼ਿਸ਼ ਕੀਤੀ, ਪਰ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਦੇ ਨਾਲ ਸੰਪਰਕ ਨਹੀਂ ਹੋ ਸਕਿਆ। ਕਸਬਾ ਟਾਂਡਾ ਦੇ ਵਿੱਚ SHO ਗੁਰਿੰਦਰਜੀਤ ਸਿੰਘ ਨੂੰ ਕਰੋੜਾਂ ਦੀ ਫਰੌਤੀ ਮੰਗਣ ਦੇ ਦੋਸ਼ ਵਿੱਚ SSP ਹੁਸ਼ਿਆਰਪੁਰ ਸੰਦੀਪ ਕੁਮਾਰ ਮਲਿਕ ਦੇ ਵੱਲੋਂ ਲਾਈਨ ਹਾਜ਼ਰ ਕਰ ਦਿੱਤਾ ਗਿਆ। ਇਸ ਵਕਤ ਅਸੀਂ ਖੜੇ ਹਾਂ ਹੁਸ਼ਿਆਰਪੁਰ ਦੇ ਉਸੇ ਪੁਲਿਸ ਲਾਈਨ ਦੇ ਸਾਹਮਣੇ, ਜਿੱਥੇ ਕਿ ਅੰਦਰ ਗੁਰਿੰਦਰਜੀਤ ਆਪਣੀ ਡਿਊਟੀ ਦੇ ਰਿਹਾ ਹੈ। ਦੱਸ ਦਈਏ ਕਿ ਇਸ ਮਾਮਲੇ ਦੀ ਜਾਂਚ DIG ਜਲੰਧਰ ਰੇਂਜ ਕਰ ਰਿਹਾ ਹੈ ਤੇ ਗੁਰਿੰਦਰਜੀਤ ਸਿੰਘ ਦੇ ਬੈਂਕ ਅਕਾਊਂਟ, ਕਾਲ ਡਿਟੇਲ ਅਤੇ ਇੱਥੋਂ ਤੱਕ ਕਿ ਗੁਰਿੰਦਰਜੀਤ ਸਿੰਘ ਦੇ ਰਿਸ਼ਤੇਦਾਰਾਂ ਦੀ ਵੀ ਅਕਾਊਂਟਾਂ ਦੀ ਡਿਟੇਲ ਪੂਰੀ ਇਕੱਠੀ ਕੀਤੀ ਜਾ ਰਹੀ ਹੈ। ਫਿਲਹਾਲ FBI ਦੇ ਇਹਨਾਂ ਦਾਅਵਿਆਂ ਨੂੰ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਨੇ ਸਿਰੇ ਤੋਂ ਖਾਰਿਜ ਕਰ ਦਿੱਤਾ, ਪਰ ਅਸਲ ਸੱਚ ਕੀ ਹੈ ਇਸ ਦਾ ਜਵਾਬ ਵਿਭਾਗੀ ਜਾਂਚ ਅਤੇ ਅੱਗੇ ਦੀ ਕਾਨੂੰਨੀ ਕਾਰਵਾਈ ਤੋਂ ਬਾਅਦ ਹੀ ਸਾਹਮਣੇ ਆਵੇਗਾ। ਪਰ ਆਪਰੇਸ਼ਨ ਹਾਰਡਬॉल ਨੇ ਇਹ ਜ਼ਰੂਰ ਦਿਖਾ ਦਿੱਤਾ ਹੈ ਕਿ ਪੰਜਾਬ ਤੋਂ ਚੱਲਣ ਵਾਲੇ ਗੈਂਗਸਟਰ ਨੈਟਵਰਕ ਹੁਣ ਸਿਰਫ ਸਰਹੱਦਾਂ ਤੱਕ ਸੀਮਤ ਨਹੀਂ ਰਹੇ। ਉਹਨਾਂ ਦੀਆਂ ਜੜ੍ਹਾਂ ਅਤੇ ਉਹਨਾਂ ਦੇ ਖਿਲਾਫ ਹੋਣ ਵਾਲੀਆਂ ਜਾਂਚਾਂ ਹੁਣ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚ ਚੁੱਕੀਆਂ ਨੇ। ਤਾਂ ਤੁਸੀਂ ਰਿਪੋਰਟ ਦੇਖੀ ਹੋਈ ਉਹ SHO ਹੈ ਜਿਸ ਨੂੰ ਹੁਣ FBI ਤਲਾਸ਼ ਰਹੀ ਹੈ। ਕਿਸੇ ਵੇਲੇ ਵੀ ਕੋਈ ਵੱਡਾ ਐਕਸ਼ਨ ਹੋਰ ਹੋ ਸਕਦਾ ਸੀ। ਦਿਖਾਇਆ ਕਿ ਕਿਵੇਂ, ਕਿੱਥੋਂ, ਕਿਵੇਂ ਸਭ ਕੁਝ ਸ਼ੁਰੂਆਤ ਹੋਇਆ। ਗੱਲ ਕਰਾਂਗੇ ਸੋਨਮ ਵਾਂਗਚੁਕ ਦੀ, ਜਿਸ ਨੂੰ ਚੱਕ ਲਿਆ ਗਿਆ ਹੈ। ਪੁਲਿਸ ਪਹੁੰਚੀ ਰਾਤ ਦੇ 2 ਵਜੇ ਤੋਂ ਲੈ ਕੇ ਸਾਰੇ ਆਪਰੇਸ਼ਨ ਤੇ ਬਾਜ਼ ਨਜ਼ਰ ਰੱਖੀ ਜਾ ਰਹੀ ਸੀ ਕਿ ਸੋਨਮ ਵਾਂਗਚੁਕ ਨੂੰ ਕਦੋਂ ਚੱਕਣਾ ਹੈ। ਪੁਲਿਸ ਦੀਆਂ ਟੀਮਾਂ ਪਹੁੰਚੀਆਂ। ਹਾਈ ਕੋਰਟ ਦੇ ਆਰਡਰ ਦਾ ਜ਼ਿਕਰ ਕੀਤਾ ਗਿਆ। ਸਫਦਰਜੰਗ ਹਸਪੀਟਲ ਲਿਆਂਦਾ ਗਿਆ ਹੈ ਕਿ ਇਸ ਨੂੰ ਭਰਤੀ ਕਰਵਾਉਣਾ ਬੜਾ ਜ਼ਰੂਰੀ ਸੀ। 21 ਦਿਨ ਹੋ ਗਏ ਨੇ, 10 ਕਿਲੋ ਭਾਰ ਘਟ ਗਿਆ ਹੈ। ਸਵੇਰੇ ਐਂਬੂਲੈਂਸ ਆਈ, ਪੁਲਿਸ ਟੀਮ ਆਈ, ਰੈਪਿਡ ਐਕਸ਼ਨ ਫੋਰਸ ਸੀ ਨਾਲ। ਵਾਂਗਚੁਕ ਨੂੰ ਕਿਹਾ ਗਿਆ ਕਿ ਚਲੋ ਤੁਹਾਨੂੰ ਚੁੱਕਣ ਦਾ ਸਮਾਂ। 3 ਤਸਵੀਰਾਂ ਤੁਸੀਂ ਦੇਖ ਰਹੇ ਹੋ। ਵਿਰੋਧ ਕੀਤਾ ਗਿਆ। ਦਿੱਲੀ ਪੁਲਿਸ ਨੇ ਇੱਕ ਵੱਡੀ ਕਾਰਵਾਈ ਕੀਤੀ ਹੈ। ਨਵੇਂ CPI ਸੀ ਕਮਿਸ਼ਨਰ, ਉਹਨਾਂ ਨੇ ਅਹੁਦਾ ਬੀਤੇ ਦਿਨ ਸੰਭਾਲਿਆ ਹੀ ਸੀ ਤਾਂ ਪਹਿਲੀ ਫਾਈਲ ਵਾਂਗਚੁਕ ਦੀ ਚੁੱਕੀ। ਵੱਡੇ ਗਿਣਤੀ ਵਿੱਚ ਫੋਰਸਾਂ ਲੱਗੀਆਂ ਹੋਈਆਂ ਸੀ। ਸਾਰੀ ਰਾਤ ਪਲਾਨ ਚੱਲਦਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਵਾਂਗਚੁਕ ਨੂੰ ਚੱਕਿਆ ਜਾਣਾ। ਜਦੋਂ ਸੂਰਜ ਚੜ੍ਹਿਆ, ਵਾਂਗਚੁਕ ਹਸਪਤਾਲ ਦੇ ਵਿੱਚ ਸਨ। ਅਭਿਜੀਤ ਦਿਪਕੇ, ਕਾਂਗਰਸ ਜਨਤਾ ਪਾਰਟੀ, ਉਹ ਵੀ ਹੁਣ ਪ੍ਰੋਟੈਸਟ ਦਾ ਜ਼ਿਕਰ ਕਰ ਰਹੇ ਨੇ ਕਿ ਵਾਂਗਚੁਕ ਨੂੰ ਤਾਂ ਘੜੀਸ ਕੇ ਪੁਲਿਸ ਲੈ ਕੇ ਗਈ ਹੈ।
ਮੇਰੇ ਤੇ ਵੀ ਹਮਲਾ ਕੀਤਾ ਗਿਆ, ਜੰਤਰ ਮੰਤਰ ਪਹੁੰਚਣ ਤੋਂ ਰੋਕਿਆ ਗਿਆ। ਸੋਨਮ ਵਾਂਗਚੁਕ ਨੂੰ ਹਸਪਤਾਲ ਲਿਜਾਏ ਜਾਣ ਤੇ ਬਿਆਨ ਦਿੱਤਾ ਗਿਆ। ਵਿਗੜਦੀ ਸਿਹਤ ਦੇ ਮੱਦੇਨਜ਼ਰ ਪੁਲਿਸ ਉਸ ਨੂੰ ਲੈ ਕੇ ਆਈ ਹੈ। ਦਿੱਲੀ ਪੁਲਿਸ ਨੇ ਬਿਲਕੁਲ ਕਲੀਅਰ ਕੱਟ ਕਰ ਦਿੱਤਾ ਹੈ ਕਿ ਕੋਈ ਦੋਹਰਾਵਾ ਹੈ ਹੀ ਨਹੀਂ। ਇਹ ਬਿਮਾਰ ਸੀ, ਇਹ ਠੀਕ ਨਹੀਂ ਸੀ, ਇਹਦਾ ਭਾਰ ਘਟ ਰਿਹਾ ਸੀ, ਕਾਨੂੰਨ ਵਿਵਸਥਾ ਦਾ ਮੁੱਦਾ ਸੀ। ਮਾਮਲਾ ਕੋਰਟ ਵਿੱਚ ਸਬ ਜੁਡਿਸ ਕਰਕੇ ਸਭ ਕੁਝ ਕੀਤਾ ਗਿਆ। ਕੋਰਟ ਦੇ ਹੁਕਮਾਂ ਨੂੰ ਇੱਕ ਵੱਡੇ ਪੱਧਰ ਤੇ ਦਿੱਲੀ ਪੁਲਿਸ ਵਿਚਾਰ ਰਹੀ ਹੈ ਕਿ ਕਾਨੂੰਨ ਵਿਵਸਥਾ ਵਿਗੜ ਸਕਦੀ ਸੀ, ਜੇ ਸਿਹਤ ਵਿਗੜ ਜਾਂਦੀ ਹੈ ਤਾਂ ਫਿਰ ਹਾਲਾਤ ਬੜੇ ਘਾਤਕ ਸਾਬਤ ਹੋ ਸਕਦੇ। ਇਸ ਕਰਕੇ ਡਾਕਟਰ ਸਾਹਿਬ ਹੁਣ ਵਾਂਗਚੁਕ ਦਾ ਇਲਾਜ ਹਸਪਤਾਲ ਵਿੱਚ ਕਰਨਗੇ ਕਿ ਆਖਰਕਾਰ ਭਾਰ ਕਿੰਨਾ ਕੱਢਦਾ ਹੈ ਨਹੀਂ ਕੱਢਦਾ। ਕਾਰਨ ਇੱਕੋ ਹੈ ਕਿ ਰਾਈਟ ਟੂ ਪ੍ਰੋਟੈਸਟ ਕਰਨ ਦਾ ਅਧਿਕਾਰ ਸਭ ਨੂੰ ਹੈ, ਪਰ ਸੁਰੱਖਿਅਤ ਤਰੀਕੇ ਦੇ ਨਾਲ ਕਾਨੂੰਨ ਵਿਵਸਥਾ ਵੀ ਬਹਾਲ ਰਹਿਣੀ ਚਾਹੀਦੀ ਹੈ। पुलिस के बंदे यहाँ आए, सोनम सर को घसीट कर गाली गलौज करके लेकर गए। 60 साल से जो इंसान है, जो भूख हड़ताल पर बैठा हुआ था 20 दिनों से, 60 साल के इंसान को जो 20 दिनों से भूखा था, उसको दिल्ली पुलिस गाली गलौज करके घसीट कर यहाँ से जबरदस्ती उठाकर लेकर गई। ये कहाँ लेकर गई हमें पता नहीं है। जैसे मुझे ये खबर मिली, मैं जंतर मंतर आ रहा था, पुलिस वालों ने मुझे भी मारपीट की, मुझे भी सड़कों पर घसीटा और गेट बंद करके मुझे अंदर रखा और कहता है तू जंतर मंतर कैसा जाता है हम देखते हैं। मेरे को इन लोगों ने सड़कों पर घसीटा, मेरे को सड़कों पर मारा इन लोगों ने, और जब मैं चिल्ला रहा था मदद के लिए, मेरा मुंह दबाया गया दिल्ली पुलिस के द्वारा। ऑनरेबल हाई कोर्ट के आदेशानुसार और हेल्थ कंडीशंस और एक्सपर्ट मेडिकल एडवाइस के मद्देनज़र श्री सोनम वांगचुक जी को यहाँ से सरकारी अस्पताल उनके ट्रीटमेंट के लिए शिफ्ट किया गया है और किसी तरह का कोई लाठीचार्ज वगैरह बिल्कुल भी नहीं किया गया। 59 साल के सोनम वांगचुक पिछले 21 दिनों से आमरण अनशन पर बैठे हुए थे। अपनी जिंदगी दांव पे लगाकर देश के करोड़ों युवाओं की आवाज उठा रहे हैं। उन युवाओं की आवाज जो 93 पेपर लीक से बर्बाद हो चुके थे, बेबस थे, जिनकी आवाज उठाने वाला कोई नहीं था। नौजवानों के ऊपर लाठी चलाकर सोनम वांगचुक को जबरन जंतर मंतर से उठाकर अस्पताल में भर्ती करा दिया गया। जिसके ऊपर आज आप लठ बजा रहे हैं ना, यही आपकी सत्ता को उखाड़ कर फेंकेगा। इसलिए मैं देश के युवाओं से अपील करना चाहता हूं, सोनम वांगचुक का साथ दीजिए। जैसे गुंडे और क्रिमिनल्स लोगों को किडनैप करते हैं, वैसे सोनम सर को किडनैप किया और जबरदस्ती घसीट कर यहाँ से लेकर गए। उन्हें ये लग रहा था अगर वो सोनम सर को यहाँ से हटा देंगे, जबरदस्ती उठा ले जाएंगे, तो ये आंदोलन खत्म हो जाएगा, आंदोलन कमजोर पड़ जाएगा। लेकिन अब सोनम सर की जगह मैं इंडेफिनिट हंगर स्ट्राइक पर बैठ रहा हूँ। मैं अपना अनशन शुरू करने जा रहा हूँ।